ਭੂਰਿਆਂ ਵਾਲੇ ਰਾਜੇ ਕੀਤੇ ਭਾਗ 9ਵਾਂ। ਬੰਦਾ ਸਿੰਘ ਦੀ ਜੰਗ ਲਈ ਪੁਨਰ ਤਿਆਰੀ ਅਤੇ ਭੀਮ ਚੰਦ ਕਹਿਲੂਰੀਆ ਤੇ ਪਹਾੜੀ ਰਾਜਿਆਂ ਦੀ ਸੁਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਹਗੜ੍ਹੋਂ ਬਚ ਕੇ ਨਿਕਲ ਜਾਣਾ ਬੰਦਾ ਸਿੰਘ ਦੀ ਹਾਰ ਨਹੀਂ ਮੰਨੀ ਜਾ ਸਕਦੀ। ਇਸ ਵਿੱਚ ਸ਼ੱਕ ਨਹੀਂ, ਉਸ ਦੀ ਤਾਕਤ ਨੂੰ ਕਾਫੀ ਸੱਟ ਵੱਜੀ, ਪਰ ਉਹ ਆਪਣੇ ਨਿਸ਼ਾਨੇ ਤੋਂ ਰੰਚਕ ਮਾਤਰ ਥਿੜਕਿਆ ਨਹੀਂ। ਉਸ ਦੇ ਉਦਮ, ਸਾਹਸ, ਨਿਸ਼ਚੇ, ਨਿਡਰਤਾ ਤੇ ਅਥਾਹ ਜੋਸ਼ ਵਿੱਚ ਕੋਈ ਫਰਕ ਨਹੀਂ ਆਇਆ। ਉਹ ਅੱਗੇ ਨਾਲੋਂ ਵੀ ਭਬਕ ਕੇ ਉੱਭਰਿਆ। ਮੁਗਲ ਸਾਮਰਾਜ ਨੂੰ ਠਿਕਾਣੇ ਲਾਉਣ ਲਈ ਆਪਣੀ ਤਾਕਤ ਇਕੱਠੀ ਕਰਕੇ ਨਵੇਂ ਮੌਕੇ ਦੀ ਤਾੜ ਵਿੱਚ ਹੋ ਬੈਠਾ। ਜਿੱਤ ਹਾਰ ਪੱਖੋਂ ਜੇ ਵੇਖਿਆ ਜਾਵੇ ਤਾਂ ਇਹ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਦੀ ਬੜੀ ਵੱਡੀ ਹਾਰ ਹੈ। ਉਹ ਬੜਾ ਭਾਰਾ ਲਸ਼ਕਰ ਲੈ ਕੇ ਆਇਆ ਸੀ, ਸਿੱਖ ਆਗੂ ਨੂੰ ਫੜਨ ਤੇ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਲਈ। ਹੋਇਆ ਬਿਲਕੁਲ ਉਲਟ। ਬੰਦਾ ਸਿੰਘ ਫੜਿਆ ਜਾਣ ਦੀ ਥਾਂ ਤੇਗ ਹੱਥਾਂ ਵਿੱਚ ਲੈ ਕੇ ਫੌਜ ਨੂੰ ਚੀਰ ਪਾੜ ਕੇ ਸਾਥੀਆਂ ਸਮੇਤ ਨਿਕਲ ਗਿਆ। ਨਿਕਲਿਆ ਵੀ ਐਸਾ ਕਿ ਹਮੀਦ ਖਾਂ ਬਹਾਦਰ ਨੇ ਪੁੱਜ ਕੇ ਤਾਣ ਲਾਇਆ। ਪਹਾੜਾਂ ਵਿੱਚ ਭਟਕਦਾ ਫਿਰਿਆ, ਪਰ ਬੰਦਾ ਸਿੰਘ ਦੀ ਸੂਹ ਤੱਕ ਨਾ ਪਾ ਸਕਿਆ। ਇੰਨਾ ਜਾਨੀ ਮਾਲੀ ਨੁਕਸਾਨ ਕਰਵਾ ਕੇ ਬਹਾਦਰ ਸ਼ਾਹ ਦੇ ਪੱਲੇ ਹਾਰ ਤੇ ਮਾਯੂਸੀ ਹੀ ਪਈ। ਕੋਈ ਸ਼ੱਕ ਨਹੀਂ ਕਿ ਬੰਦਾ ਸਿੰਘ ਗੜੀ ਛੱਡਣ ਤੇ ਮਜਬੂਰ ਹੋ ਗਿਆ। ਉਹ ਜਾਣਦਾ ਸੀ ਕਿ ਉਹ ਬਹੁਤ ਹੀ ਥੋੜੇ ਬੰਦਿਆਂ ਨਾਲ 60,000 ਦੀ ਗਿਣਤੀ ਵਾਲੀ ਸ਼ਾਹੀ ਫੌਜ ਨਾਲ ਛੋਟੀ ਜੀ ਗੜੀ ਵਿੱਚ ਬੈਠ ਕੇ ਟੱਕਰ ਲੈ ਰਿਹਾ ਹੈ। ਗੋਲੀ, ਸਿੱਕੇ ਤੇ ਰਸਤ ਪੱਠੇ ਦੀ ਵੀ ਮਾਤਰਾ ਉਸ ਪਾਸ ਚੰਦ ਦਿਨਾਂ ਜੋਗੀ ਹੈ। ਬਾਹਰੋਂ ਆਉਣ ਦੀ ਕੋਈ ਆਸ ਨਹੀਂ। ਲੜਨ ਵਾਲੇ ਵੀ ਉਸ ਪਾਸ ਨਹੀਂ ਪੁੱਜ ਸਕਣਗੇ। ਜਿੰਨੇ ਕੁ ਉਸ ਪਾਸ ਸਿੰਘ ਸਨ, ਉਹਨਾਂ ਵਿੱਚੋਂ ਬਹੁਤੇ ਥਾਂ ਥਾਈਂ ਖਿਲਰੇ ਪਏ ਸਨ। ਉਸ ਨੇ ਸਮਾਣੇ ਦੀ ਜਿੱਤ ਤੋਂ ਲੈ ਕੇ ਮੁਖਲਸਗੜ੍ਹ ਦੇ ਘੇਰੇ ਤੱਕ, ਪਾਣੀਪਤ ਤੋਂ ਲੈ ਕੇ ਲਾਹੌਰ ਤੱਕ ਦਾ ਮੁਲਕ ਮੁਗਲ ਹਕੂਮਤ ਹੇਠੋਂ ਕੱਢ ਕੇ ਆਪਣੇ ਕਬਜ਼ੇ ਥੱਲੇ ਕਰ ਲਿਆ ਸੀ। ਇੱਕ ਹਿਸਾਬ ਨਾਲ ਇਹ ਸਿਰਫ ਫੌਜੀ ਕਬਜ਼ਾ ਹੀ ਸੀ। ਇਸ ਉੱਤੇ ਉਸ ਦਾ ਪਰਪੱਕ ਰਾਜ ਨਹੀਂ ਸੀ ਬਣ ਸਕਿਆ। ਰਾਜਸੀ ਪ੍ਰਬੰਧ ਵਾਸਤੇ ਉਸ ਪਾਸ ਕੋਈ ਗੁੜਿਆ ਤੇ ਹੰਡਿਆ ਹੋਇਆ ਕੇਡਰ ਹੀ ਨਹੀਂ ਸੀ ਜੋ ਸਾਰੇ ਕੰਮ ਨੂੰ ਸਾਂਭ ਲੈਂਦਾ, ਤੇ ਸਾਰੀ ਲੜਾਕੂ ਸ਼ਕਤੀ ਬੰਦਾ ਸਿੰਘ ਦੇ ਪਾਸ ਰਹਿੰਦੀ। ਇਸ ਫੌਜੀ ਕਬਜ਼ੇ ਨੂੰ ਪੱਕੇ ਪੈਰੀਂ ਰੱਖਣ ਲਈ ਵੱਡੇ ਵੱਡੇ ਮੁਖੀ ਜਰਨੈਲ ਥੋੜੇ ਥੋੜੇ ਸਿੰਘ ਦੇ ਕੇ ਥਾਂ ਥਾਂ ਨਿਯੁਕਤ ਕੀਤੇ ਹੋਏ ਸਨ। ਫਤਿਹ ਕੀਤੇ ਹੋਏ ਇਲਾਕੇ ਵਿੱਚ ਅਮਨ ਕਾਇਮ ਰੱਖਣਾ ਸੀ। ਲੁਟੇਰਿਆਂ ਤੇ ਡਾਕੂਆਂ, ਰਾਹਮਾਰਾਂ ਤੇ ਧਾੜਵੀਆਂ ਦੇ ਗਰੋਹਾਂ ਦੇ ਗਰੋਹ ਫਿਰਦੇ ਸਨ, ਤੇ ਮੁਗਲ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਵਿੱਚ ਉਹ ਸਮਝਦੇ ਸਨ ਕਿ ਅਸੀਂ ਜੋ ਚਾਹੀਏ ਮਨਮਾਨੀ ਕਰੀਏ, ਸਾਨੂੰ ਕੌਣ ਰੋਕ ਸਕਦਾ। ਇਹਨਾਂ ਦਾ ਸਿਰ ਕੁੱਟਣ ਲਈ ਬੰਦਾ ਸਿੰਘ ਦੇ ਸਿੰਘ ਦਿਨ ਰਾਤ ਇੱਕ ਕਰ ਰਹੇ ਸਨ। ਮਾਮਲੇ ਦੀ ਉਗਰਾਹੀ ਵੀ ਇਹਨਾਂ ਦੇ ਜ਼ਿੰਮੇ ਹੀ ਸੀ। ਪੋਟਿਆਂ ਤੇ ਗਿਣੇ ਜਾਣ ਵਾਲੇ ਸਿੰਘ ਜ਼ੈਲਾਂ, ਤਪਿਆਂ, ਪਰਗਣਿਆਂ ਦਾ ਪ੍ਰਬੰਧ ਕਿਵੇਂ ਚਲਾ ਸਕਦੇ ਸਨ? ਇਹ ਕਿੰਨੇ ਕੁ ਕੰਮ ਸੰਭਾਲ ਸਕਦੇ? ਕੌਣ ਰਸਤ ਵਜੋਂ ਦਾਣਾ ਪੱਠਾ ਤੇ ਗੋਲੀ ਸਿੱਕਾ ਲੋੜੀਂਦੇ ਹਥਿਆਰ ਇਕੱਠੇ ਕਰਕੇ ਲੋਹਗੜ੍ਹ ਪਹੁੰਚਾ ਸਕਦਾ ਸੀ? ਜਿੱਥੇ ਜਿੱਥੇ ਕੋਈ ਹੈ ਸੀ, ਬਿਪਤਾ ਦੇ ਮੂੰਹ ਆਇਆ ਹੋਇਆ ਸੀ। ਕਦੀ ਕਿਸੇ ਨੂੰ ਕਮਰ ਖੱਸਾ ਖੋਲ ਕੇ ਹਥਿਆਰ ਲਾ ਕੇ ਸੌਣਾ ਨਹੀਂ ਸੀ ਮਿਲਦਾ। ਇਸ ਹਾਲਤ ਵਿੱਚ ਲੜਨ ਸ਼ਕਤੀ ਦਾ ਬਹੁਤ ਵੱਡਾ ਹਿੱਸਾ ਥੋੜਾ ਥੋੜਾ ਕਰਕੇ ਕਬਜ਼ੇ ਕੀਤੇ ਹੋਏ ਮੁਲਕ ਵਿੱਚ ਖਿਲਰਿਆ ਪੁਲਰਿਆ ਪਿਆ ਸੀ। ਸਮਾਣਾ ਮਾਰਨ ਤੋਂ ਲੈ ਕੇ ਲੋਹਗੜ੍ਹ ਛੱਡਣ ਤੱਕ 1 ਸਾਲ ਤੋਂ ਵੀ ਘੱਟ ਸਮਾਂ ਬਣਦਾ ਹੈ। ਮੁਲਕ ਮਾਰਨਾ ਇੰਨਾ ਔਖਾ ਨਹੀਂ ਜਿੰਨਾ ਉਸ ਨੂੰ ਸ਼ਾਸਨ ਵਿੱਚ ਰੱਖ ਕੇ ਰਾਜ ਪ੍ਰਬੰਧ ਚਲਾਉਣਾ। ਸਮੇਂ ਦੀ ਥੋੜ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਘਾਟ ਨੇ ਬੰਦਾ ਸਿੰਘ ਦੇ ਰਾਜ ਪ੍ਰਬੰਧ ਦੇ ਪੈਰ ਨਹੀਂ ਜੰਮਣ ਦਿੱਤੇ। ਉਹ ਇਹ ਵੀ ਜਾਣਦਾ ਸੀ ਕਿ ਦੂਜੇ ਪਾਸੇ ਕਿੱਡਾ ਸ਼ਕਤੀਸ਼ਾਲੀ ਮੁਗਲ ਰਾਜ ਹੈ, ਜਿਸ ਦਾ ਬਾਦਸ਼ਾਹ ਆਪਣੇ ਚੋਟੀ ਦੇ 94 ਜਰਨੈਲ ਤੇ 60,000 ਸੂਰਮੇ, ਜੋ ਕਈ ਮੁਹਿੰਮਾਂ ਸਰ ਕਰਨ ਦਾ ਤਜਰਬਾ ਰੱਖਦੇ ਸਨ, ਲੈ ਕੇ ਲੋਹਗੜ੍ਹ ਨੂੰ ਘੇਰੀ ਬੈਠਾ ਹੈ। ਪਰ ਬੰਦਾ ਸਿੰਘ ਆਪਣੇ ਮੁੱਠੀ ਭਰ ਸਿੰਘਾਂ ਨੂੰ ਲੈ ਕੇ ਹਿੰਦੁਸਤਾਨ ਦੀ ਸ਼ਾਹੀ ਤਾਕਤ ਨਾਲ ਸੀਨਾ ਤਾਣ ਕੇ ਟਕਰਾਇਆ। ਉਸ ਨੇ ਆਪਣੇ ਨਾਲੋਂ ਬਾਦਸ਼ਾਹੀ ਫੌਜ ਦਾ ਅਤੇ ਸਾਜੋ ਸਮਾਨ ਦਾ ਕਈ ਗੁਣਾ ਵੱਧ ਨੁਕਸਾਨ ਕੀਤਾ। ਚਪੋਲਾਂ ਦੇ ਮੈਦਾਨ ਵਿੱਚ ਖੁੱਲੀ ਟੱਕਰ ਸਮੇਂ
ਬੰਦਾ ਸਿੰਘ ਦੀ ਅਗਵਾਈ ਵਿੱਚ ਸਿੰਘ ਸ਼ਾਹੀ ਸੈਨਾ ਤੇ ਐਵੇਂ ਟੁੱਟਦੇ ਰਹੇ ਜਿਵੇਂ ਕਣਕ ਦੇ ਖਲਵਾੜੇ ਤੇ ਬਿਜਲੀ ਡਿੱਗ ਕੇ ਭਸਮ ਕਰ ਸੁੱਟਦੀ ਹੈ। ਉਹਨਾਂ ਸਿੰਘਾਂ ਨੇ ਬਾਦਸ਼ਾਹ, ਉਸ ਦੇ 4 ਸਾਹਿਬਜ਼ਾਦਿਆਂ, ਵੱਡੇ ਵੱਡੇ ਜਰਨੈਲਾਂ, ਸਾਦਾਤ ਬਾਹਰੇ ਦੇ ਅਜਿੱਤ ਜੰਗਜੂਆਂ ਤੇ ਰਾਜਸਥਾਨ ਦੇ ਝੰਡੇਲਾਂ ਬੁੰਦੇਲਾਂ ਸੂਰਮਿਆਂ ਦੀਆਂ ਕੋਸ਼ਾਂ ਮਿੱਟੀ 'ਚ ਮਿਲਾ ਕੇ ਰੱਖ ਦਿੱਤੀਆਂ। ਲੋਹਗੜ੍ਹ ਸਮੇਤ ਕਾਫੀ ਧਨ ਪਦਾਰਥ ਤੇ ਜੰਗੀ ਸਾਜੋ ਸਮਾਨ ਉਸ ਦੇ ਹੱਥੋਂ ਨਿਕਲ ਗਿਆ। ਸਿੰਘਾਂ ਰਤਾ ਵੀ ਦਿਲ ਤੇ ਨਹੀਂ ਲਿਆਂਦਾ। ਉਹ ਕਹਿੰਦੇ ਸਨ ਕਿ ਸ਼ੇਰ ਦਾ ਇੱਕ ਘੋਰ ਨਾ ਗਿਆ, ਪਰ ਉਸ ਲਈ ਹਜ਼ਾਰਾਂ ਹਾਜ਼ਰ। ਅਕਾਲ ਪੁਰਖ ਤੇ ਭਰੋਸਾ ਹੈ, ਉਸ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ। ਚੜ੍ਹਦੀ ਕਲਾ ਬਖਸ਼ੀ, ਦੇਗ ਤੇ ਤੇਗ ਬਖਸ਼ੀ, ਅਮਰ ਦੀ ਦਾਤ ਬਖਸ਼ਿਸ਼ ਦੇ ਨਾਲ। ਜਿੱਥੇ ਖੜੇ ਹਾਂ ਉੱਥੇ ਹੀ ਲੋਹਗੜ੍ਹ ਬਣਾ ਲਵਾਂਗੇ। ਬੰਦਾ ਸਿੰਘ ਸਮਝਦਾ ਸੀ ਕਿ ਲੋਹਗੜ੍ਹ ਹੱਥੋਂ ਨਿਕਲਣ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਚੀਜ਼ਾਂ ਉਸ ਦੀ ਤਾਕਤ ਦੇ ਚਿੰਨ੍ਹ ਤਾਂ ਹੋ ਸਕਦੇ ਹਨ, ਸੋਮੇ ਨਹੀਂ। ਜਦ ਸਿੰਘ ਭਬਕਾ ਕੇ ਪੰਜਾ ਮਾਰਨਗੇ, ਕਈ ਲੋਹਗੜ੍ਹ ਪੈਰਾਂ ਵਿੱਚ ਹੋਣਗੇ। ਸੋ ਉਸ ਦੀ ਤਾਕਤ ਤੇ ਜਿੱਤ ਦਾ ਸੋਮਾ ਖਾਲਸਾ ਜੀ ਦੀ ਚੜ੍ਹਦੀ ਕਲਾ ਵਾਲੀ ਸਪਿਰਟ ਹੈ, ਜੋ ਅਜਿੱਤ ਹੈ, ਜਿਸ ਨੂੰ ਨਾ ਕੋਈ ਹਰਾ ਸਕਿਆ ਹੈ ਤੇ ਨਾ ਹਰਾ ਸਕੂ। ਅੰਮ੍ਰਿਤ ਦੇ ਨਾਲ ਸਭ ਤੋਂ ਵੱਡੀ ਬਖਸ਼ਿਸ਼ ਅਕਾਲ ਪੁਰਖ ਦੀ ਅਜ਼ੀਮ ਰਹਿਮਤ ਹੈ, ਜੋ ਸਿੰਘਾਂ ਦਾ ਸਭ ਤੋਂ ਵੱਡਾ ਸਰਮਾਇਆ ਤੇ ਮਜ਼ਬੂਤ ਤਰੀਨ ਢਾਲ ਹੈ, ਜਿਸ ਵਿੱਚ ਦੀ ਧਰਮਰਾਜ ਦੀ ਮੌਤ ਰੂਪੀ ਗੋਲੀ ਜਾਂ ਤੀਰ ਤਲਵਾਰ ਨਹੀਂ ਲੰਘ ਸਕਦੇ। ਲੰਘਣਾ ਤਾਂ ਇੱਕ ਪਾਸੇ, ਉਸ ਤੇ ਇਹਨਾਂ ਦਾ ਕੋਈ ਅਸਰ ਹੀ ਨਹੀਂ। ਬੰਦਾ ਸਿੰਘ ਨੂੰ ਕੇਵਲ ਖਾਲਸੇ ਦੀ ਸ਼ਕਤੀ ਤੇ ਹੀ ਭਰੋਸਾ ਸੀ। ਕਿਉਂ? ਇਸ ਲਈ ਕਿ ਉਸ ਦੇ ਮੁਰਸ਼ਿਦੇ ਆਲਾ ਕਲਗੀਧਰ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਮੰਨਿਆ ਹੈ। ਇਸੇ ਵਿੱਚ ਉਸ ਦਾ ਨਿਵਾਸ ਹੈ, ਉਸ ਦੀ ਜਾਨ ਹੈ, ਪਿੰਡ ਪ੍ਰਾਣ ਹੈ। ਖਾਲਸਾ ਉਸ ਦਾ ਸਾਹਿਬ ਹੈ, ਉਸ ਦੀ ਆਨ ਸ਼ਾਨ ਤੇ ਸੱਜਣ ਸੂਰਾ ਹੈ। ਦਸ਼ਮੇਸ਼ ਜੀ ਨੇ ਖਾਲਸੇ ਨੂੰ ਹੀ ਸਾਰੇ ਮਾਣ ਬਖਸ਼ੇ ਹਨ। ਫਿਰ ਭਲਾ ਬੰਦਾ ਸਿੰਘ ਇਸ ਸ਼ਕਤੀਮਾਨ ਖਾਲਸੇ ਨੂੰ ਆਪਣੀ ਸ਼ਕਤੀ ਦਾ ਅਮੁੱਕ ਤੇ ਅਖੁੱਟ ਸੋਮਾ ਕਿਉਂ ਨਾ ਮੰਨੇ? ਖਾਲਸਾ ਹੀ ਉਸ ਦਾ ਸਭ ਤੋਂ ਮਜ਼ਬੂਤ ਕਿਲਾ ਹੈ। ਲੋਹਗੜ੍ਹ ਚੋਂ ਨਿਕਲ ਜਾਣ ਤੋਂ ਐਨ 14 ਦਿਨ ਬਾਅਦ ਬੰਦਾ ਸਿੰਘ ਨੇ ਸਿੱਖਾਂ ਦੇ ਆਗੂ ਵਜੋਂ ਹੁਕਮਨਾਮੇ ਭੇਜੇ ਕਿ ਸਿੰਘ ਜਿੱਥੇ ਜਿੱਥੇ ਵੀ ਹੋਣ, ਹੁਕਮਨਾਮਾ ਮਿਲਦੇ ਸਾਰ ਸ਼ਸਤਰ ਲੈ ਕੇ ਤੁਰੰਤ ਉਸ ਪਾਸ ਪੁੱਜਣ। ਇਹ ਹੁਕਮਨਾਮੇ ਕੀਰਤਪੁਰੋਂ ਭੇਜੇ ਗਏ ਸਨ। ਲੋਹਗੜ੍ਹ ਜੋ ਸਿੱਖ ਸ਼ਕਤੀ ਦਾ ਕੇਂਦਰ ਬਣ ਚੁੱਕਾ ਸੀ, ਭਾਵੇਂ ਉਹ ਥੋੜੇ ਚਿਰ ਲਈ ਰਿਹਾ, ਪੰਜਾਬ ਦੀ ਦੱਬੀ ਕੁਚਲੀ ਜਨਤਾ, ਵਿਸ਼ੇਸ਼ ਕਰਕੇ ਸਿੱਖ, ਉਸ ਨੂੰ ਮੁਗਲ ਰਾਜ ਦੇ ਮਰਕਜ਼ ਦਿੱਲੀ ਨਾਲੋਂ ਘੱਟ ਨਹੀਂ ਸਨ ਸਮਝਦੇ। ਉਹ ਮਹਿਸੂਸ ਕਰਦੇ ਸਨ ਕਿ ਇਸ ਥਾਂ ਤੇ ਬਣੀ ਰਾਜਸੀ ਸ਼ਕਤੀ ਨੇ ਹੀ ਪੰਜਾਬ ਦੇ ਮੁਲਕ ਚੋਂ ਗੁਲਾਮੀ ਦੀ ਜੜ ਪੁੱਟ ਸੁੱਟੀ ਹੈ ਤੇ ਕੱਲ੍ਹ ਦੇ ਜਰਵਾਣਿਆਂ ਨੂੰ, ਜਿਨ੍ਹਾਂ ਰਿਆਇਆ ਦਾ ਲਹੂ ਸੁਕਾਇਆ ਹੋਇਆ ਸੀ, ਐਸੀ ਮਾਰ ਮਾਰੀ ਹੈ ਕਿ ਮੂੰਹ ਦੇ ਮੂੰਹ ਪਏ ਕਿਤੇ ਬਿਰਕਦੇ ਨਹੀਂ। ਜਨਤਾ ਦੀ ਇੱਜ਼ਤ ਆਬਰੂ ਇਹਨਾਂ ਦੇ ਹੁੰਦਿਆਂ ਸੁਰੱਖਿਅਤ ਹੈ। ਜਦ ਲੋਕਾਂ ਨੂੰ ਇਸ ਸਥਾਨ ਦੇ ਮੁੜ ਮੁਗਲਾਂ ਦੇ ਕਬਜ਼ੇ ਆ ਜਾਣ ਦੀ ਖਬਰ ਮਿਲੀ ਤਾਂ ਲੋਕਾਂ ਦੇ ਅਫਸੋਸ ਦੀ ਹੱਦ ਨਾ ਰਹੀ। ਜੇ ਖੁਸ਼ੀ ਸੀ ਤਾਂ ਸਿਰਫ ਉਹਨਾਂ ਮੁਸਲਮਾਨਾਂ ਨੂੰ ਜੋ ਸਰਕਾਰ ਪੱਖੀ ਸਨ। ਹਾਂ, ਰਾਠ ਤੇ ਖਾੜਕੂ ਸਿੰਘਾਂ ਉੱਤੇ ਇਸ ਨੁਕਸਾਨ ਦਾ ਕੋਈ ਅਸਰ ਨਹੀਂ ਸੀ। ਉਹ ਸਿਰਫ ਬੰਦਾ ਸਿੰਘ ਵੱਲੋਂ ਕੋਈ ਖਬਰ ਉਡੀਕਦੇ ਸਨ। ਜਦ ਹੁਕਮਨਾਮੇ ਪੁੱਜੇ ਤਾਂ ਜਿੱਥੇ ਜਿੱਥੇ ਕੋਈ ਸੀ, ਵਹੀਰਾਂ ਘੱਤ ਕੇ ਤੁਰ ਪਿਆ ਤੇ ਘੜੀਓਂ ਕੋਹ ਕਰਦੇ ਹੋਏ ਕੀਰਤਪੁਰ ਬੰਦਾ ਸਿੰਘ ਪਾਸ ਆਣ ਇਕੱਠੇ ਹੋਏ। ਜਦ ਬੰਦਾ ਸਿੰਘ ਪਾਸ ਸਿੰਘਾਂ ਦਾ ਦਲ ਤਗੜੀ ਗਿਣਤੀ ਵਿੱਚ ਇਕੱਠਾ ਹੋ ਗਿਆ ਤਾਂ ਉਸਨੇ ਫੈਸਲਾ ਕੀਤਾ ਕਿ ਸ਼ਿਵਾਲਕ ਦੇ ਹਿੰਦੂ ਰਾਜੇ, ਜੋ ਗੁਰੂ ਘਰ ਨਾਲ ਜਾਣ ਬੁੱਝ ਕੇ ਵੈਰ ਕਮਾਉਂਦੇ ਆਏ ਸਨ, ਉਹਨਾਂ ਦੀ ਖਬਰ ਲਈ ਜਾਵੇ ਤੇ ਉਹਨਾਂ ਨੂੰ ਕੀਤੀਆਂ ਦਾ ਫਲ ਭੁਗਤਾਇਆ ਜਾਵੇ। ਭੀਮ ਚੰਦ ਕਹਿਲੂਰੀਆ ਤੇ ਪਹਾੜੀ ਰਾਜਿਆਂ ਦੀ ਬੰਦਾ ਸਿੰਘ ਬਹਾਦਰ ਵੱਲੋਂ ਸੁਧਾਈ। ਸ਼ਿਵਾਲਕ ਦੇ ਪਹਾੜੀ ਰਾਜਿਆਂ ਚੋਂ ਗੁਰੂ ਘਰ ਦਾ ਵੱਡਾ ਦੋਖੀ ਤੇ ਦਸ਼ਮੇਸ਼ ਜੀ ਨਾਲ ਹਰ ਤਰ੍ਹਾਂ ਦਾ ਧਰੋ, ਦਗਾ, ਦੁਸ਼ਮਣੀ, ਉਹ ਵੀ ਬੇਵਜ੍ਹਾ ਕਮਾਉਣ ਵਾਲਾ ਭੀਮ ਚੰਦ ਸੀ। ਇਹ ਏਡਾ ਮਹਾਪਾਪੀ ਤੇ ਨੀਚ ਸੀ ਕਿ ਜਦ ਮੁਗਲ ਸ਼ਾਹੀ ਦੇ ਅਧਿਕਾਰੀਆਂ ਵੱਲੋਂ ਸਿਰ ਤੇ ਬਣਦੀ ਤਾਂ ਮਿੰਨਤਾਂ ਤਰਲੇ ਕਰਕੇ ਗੁਰੂ ਜੀ ਦੀ ਜਾ ਸ਼ਰਨ ਲੈਂਦਾ ਤੇ ਰੱਖਿਆ ਲਈ ਹਾੜੇ ਕੱਢਦਾ। ਗੁਰੂ ਘਰ ਤਾਂ ਹੈ ਹੀ ਮਜ਼ਲੂਮ ਦੀ ਰੱਖਿਆ ਤੇ ਜ਼ਾਲਮ ਦੀ ਭਖਿਆ ਲਈ। ਕਲਗੀਧਰ ਸ਼ਰਨ ਡਿੱਗੇ ਨੂੰ ਕੰਠ ਲਾ ਲੈਂਦੇ। ਇੱਕ ਨਹੀਂ, ਕਈ ਵਾਰ ਉਸ ਦੀ ਸਹਾਇਤਾ ਕੀਤੀ
ਤੇ ਉਸ ਦੀ ਮੁਗਲਾਂ ਹੱਥੋਂ ਪੱਤ ਬਚਾਈ। ਇਹ ਐਸਾ ਅਕਿਰਤ ਘਣਤਾ ਦਾ ਪੁਤਲਾ ਸੀ ਕਿ ਔਖਾ ਸਮਾਂ ਟੱਪੇ ਤੋਂ ਪਿੱਛੋਂ ਸ਼ੁਕਰਗੁਜ਼ਾਰ ਹੋਣ ਦੀ ਥਾਂ ਗੁਰੂ ਘਰ ਨਾਲ ਵੈਰ ਦਾ ਆਡਾ ਲਾ ਲੈਂਦਾ। ਆਨੰਦਪੁਰ ਸਾਹਿਬ ਦੇ ਲੰਮੇ ਘੇਰੇ ਤੇ ਚਮਕੌਰ ਦੀ ਲੜਾਈ ਵਿੱਚ ਮੂਹਰੇ ਸੀ। ਆਟੇ ਦੀ ਗਊ ਬਣਾ ਕੇ ਆਪਣੇ ਪ੍ਰੋਹਤ ਰਾਹੀਂ ਗੁਰੂ ਜੀ ਪਾਸ ਘਲਾਉਣ ਤੇ ਉਸ ਦੀ ਕਸਮ ਖਾਣ ਵਾਲਾ ਤੇ ਫਿਰ ਆਨੰਦਪੁਰ ਸਾਹਿਬ ਤੋਂ ਤੁਰਿਆਂ ਉੱਤੇ ਹਮਲਾ ਕਰਵਾਉਣ ਵਾਲਾ ਵੀ ਇਹੋ ਨੀਚ ਤੇ ਨਿਰਲੱਜ ਪਹਾੜੀਆ ਸੀ। ਸਿੰਘਾਂ ਜਦ ਦੀ ਸਰਹੰਦ ਮਾਰੀ ਸੀ, ਉਹ ਲੂਰੀਆਂ ਲੈਂਦੇ ਸਨ ਕਿ ਇਸ ਦੁਸ਼ਟ ਭੀਮ ਚੰਦ ਨੂੰ ਵੀ ਸੋਧਿਆ ਜਾਵੇ। ਬੰਦਾ ਸਿੰਘ ਦੀ ਵਿਉਂ ਸੀ ਕਿ ਪਹਿਲਾਂ ਵੱਡੇ ਦੁਸ਼ਮਣ ਨੂੰ ਮਾਰ-ਮਾਰ ਕੇ ਖੋਖਲਾ ਕਰ ਲਿਆ ਜਾਵੇ ਤੇ ਜ਼ਿਆਦਾ ਤੋਂ ਜ਼ਿਆਦਾ ਮੁਲਕ ਕਬਜ਼ੇ ਕਰਕੇ ਉਸ ਤੇ ਰਾਜ ਪ੍ਰਬੰਧ ਪੱਕਾ ਕਰ ਲਿਆ ਜਾਵੇ, ਤਾਂ ਕਿ ਖਾਲਸੇ ਦਾ ਰਾਜ ਪ੍ਰਬੰਧ ਪੱਕੀ ਬੁਨਿਆਦ ਤੇ ਖੜਾ ਹੋ ਸਕੇ। ਭੀਮ ਚੰਦ ਤੇ ਇਸ ਵਰਗੀ ਹੋਰ ਲੰਡੀ ਬੁੱਚੀ ਨੂੰ ਤਾਂ ਉਹ ਤੁੱਛ ਸਮਝਦਾ ਸੀ। ਉਹ ਸਮਝਦਾ ਸੀ ਕਿ ਜਦ ਖਾਲਸੇ ਦੀ ਕਾਫੀ ਤਾਕਤ ਬਣ ਗਈ ਤੇ ਮੁਗਲ ਰਾਜ ਨੂੰ ਖੂਹ ਖਾਤੇ ਪਾ ਦਿੱਤਾ ਤਾਂ ਇਹ ਸਿੰਘਾਂ ਦਾ ਜਾਹੋ ਜਲਾਲ ਤੱਕ ਕੇ ਆਪਣੇ ਆਪ ਹੀ ਸ਼ਰਨ ਆ ਟਿਕਣਗੇ। ਜੇ ਰਤਾ ਮਾਸਾ ਤਿਰੜ ਫਿਰੜ ਕੀਤੀ ਤਾਂ ਇਹਨਾਂ ਇੱਕ ਘੂਰੀ ਨਹੀਂ ਸਹਿਣੀ। ਸਮਝ ਆ ਗਈ ਤਾਂ ਸੁਧਰ ਜਾਣਗੇ, ਬਚੇ ਰਹਿਣਗੇ, ਨਹੀਂ ਤਾਂ ਸਿੰਘ ਪੈਰਾਂ ਥੱਲੇ ਮਸਲ ਕੇ ਮਾਰ ਖਪਾਉਣਗੇ। ਇਹ ਤਾਂ ਸਿੰਘਾਂ ਦੇ ਕਿੱਲੇ ਬੱਧੇ ਹਨ। ਵੱਡੀ ਤਾਕਤ ਇਕੱਤਰ ਕਰਨ ਤੋਂ ਪਹਿਲਾਂ ਲੋਹਗੜ੍ਹ ਦਾ ਥਕੇਵਾਂ ਲਾਉਣ ਲਈ ਗੁਰੂ ਘਰ ਦੇ ਵੈਰੀ ਪਹਾੜੀ ਦੁਸ਼ਟ ਰਾਜਿਆਂ ਦੀ ਟੋਟਣੀ ਕੁੱਟੀ ਜਾਵੇ। ਇੱਕ ਤਾਂ ਇਹਨਾਂ ਨਾਲ ਹਿਸਾਬ ਸਾਫ਼ ਹੋ ਜਾਊਗਾ, ਦੂਜਾ ਕੁਝ ਸਮੇਂ ਲਈ ਖਾਲਸਾ ਵਿਸਮ ਲਊ ਤੇ ਇਸ ਪਾਸੇ ਦਾ ਲਹਿਰਾ ਲੈ ਲਊ। ਸੋ ਸਭ ਤੋਂ ਪਹਿਲਾਂ ਖਾਲਸੇ ਦਾ ਧਿਆਨ ਮਹਾਚੰਡਾਲ ਭੀਮ ਚੰਦ ਬਿਲਾਸਪੁਰੀਏ ਤੇ ਪਿਆ। ਬੰਦਾ ਸਿੰਘ ਕੀਰਤਪੁਰੋਂ ਕੂਚ ਕਰਕੇ ਆਨੰਦਪੁਰ ਸਾਹਿਬ ਆਇਆ। ਖਾਲਸਾ ਜੀ ਦੇ ਜਨਮ ਸਥਾਨ ਦਾ ਕਾਫੀ ਨੁਕਸਾਨ ਹੋਇਆ ਸੀ। ਬੰਦਾ ਸਿੰਘ ਨੇ ਪਵਿੱਤਰ ਅਸਥਾਨ ਤੇ ਸੀਸ ਝੁਕਾਇਆ ਤੇ ਬਹੁਤ ਸਾਰਾ ਧਨ ਭੇਟ ਕੀਤਾ ਤੇ ਪੁਜਾਰੀਆਂ ਨੂੰ ਮੁਰੰਮਤ ਤੇ ਉਸਾਰੀ ਲਈ ਬੇਨਤੀ ਕੀਤੀ। ਸ੍ਰੀ ਆਨੰਦਪੁਰ ਸਾਹਿਬ ਤੋਂ ਹੀ ਭੀਮ ਚੰਦ ਨੂੰ ਪਰਵਾਨਾ ਘਲਾਇਆ ਕਿ ਖਾਲਸਾ ਚੜ੍ਹ ਕੇ ਆ ਰਿਹਾ ਹੈ, ਸ਼ਰਨ ਪਿਆਂ ਬਚਾ ਹੈ ਤੇ ਆਕੀ ਹੋਇਆਂ ਖੁਆਰੀ ਤੇ ਤਬਾਹੀ ਹੈ, ਜੋ ਮਨ ਭਾਵੇ ਫੈਸਲਾ ਕਰ ਲੈ। ਸਰਹੰਦ ਮਾਰਨ ਵਾਲੇ ਦਿਨ ਤੋਂ ਹੀ ਭੀਮ ਚੰਦ ਦੀ ਨੀਂਦ ਹਰਾਮ ਹੋ ਗਈ ਸੀ। ਉਸ ਦੇ ਕੀਤੇ ਹੋਏ ਪਾਪ ਉਸ ਨੂੰ ਸਦਾ ਕਾਂਬਾ ਚਾੜੀ ਰੱਖਦੇ, ਕਿਸੇ ਪਲ ਚੈਨ ਨਹੀਂ ਸੀ, ਕਿਉਂਕਿ ਉਹ ਸਮਝਦਾ ਸੀ ਕਿ ਵਜ਼ੀਰ ਖਾਂ ਤੋਂ ਬਾਅਦ ਲਾਜ਼ਮੀ ਉਸ ਦੀ ਵਾਰੀ ਆਉਣੀ ਹੈ। ਉਸ ਨੇ ਉਸ ਦਿਨ ਤੋਂ ਹੀ ਆਪਣੇ ਬਚਾਅ ਲਈ ਜਲੰਧਰ ਦੁਆਬਾ ਦੇ ਸਿਰ ਕੱਢ ਜ਼ਿਮੀਂਦਾਰਾਂ ਨਾਲ ਗਾਂਢਾ ਸਾਂਢਾ ਕਰਕੇ ਉਹਨਾਂ ਦੇ ਪਾਲਤੂ ਲੜਾਕੇ ਤੇ ਆਪਣੇ ਗੁਆਂਢੀ ਪਹਾੜੀ ਰਾਜਿਆਂ ਦੀ ਸਹਾਇਤਾ ਪ੍ਰਾਪਤ ਕਰ ਲਈ ਸੀ। ਬਿਲਾਸਪੁਰ ਦੀ ਗੜ੍ਹੀ ਨੂੰ ਮਜ਼ਬੂਤ ਕਰਕੇ ਰਸਤ ਪੱਠਾ ਤੇ ਗੋਲੀ ਸਿੱਕਾ ਤਿਆਰ ਕਰਕੇ ਬੰਦਾ ਸਿੰਘ ਵੱਲੋਂ ਹਮਲੇ ਦੀ ਉਡੀਕ ਕਰ ਰਿਹਾ ਸੀ। ਸਿੰਘਾਂ ਵੱਲੋਂ ਆਏ ਪਰਵਾਨੇ ਦਾ ਤਤਕਾਲ ਕੋਈ ਦੋ ਟੁਕ ਜਵਾਬ ਨਾ ਦਿੱਤਾ, ਸਗੋਂ ਸਿੰਘਾਂ ਦੀ ਤਾਕਤ ਬਾਰੇ ਸੂਹਾਂ ਕੱਢਣ ਲੱਗਾ। ਉਹ ਇਸ ਸੋਚ ਦੇ ਤਹਿਤ ਘੇਸਲ ਮਾਰ ਰਿਹਾ ਸੀ ਕਿ ਸੰਭਵ ਹੈ ਸ਼ਾਹੀ ਫੌਜ ਬੰਦਾ ਸਿੰਘ ਦੀ ਭਾਲ ਵਿੱਚ ਪਿੱਛੇ ਪਿੱਛੇ ਜਲਦੀ ਹੀ ਪਹੁੰਚ ਜਾਵੇ ਤੇ ਇੰਜ ਸਿੰਘਾਂ ਨੂੰ ਸੰਨੀ ਵਿੱਚ ਲੈ ਕੇ ਮੁਗਲ ਸੈਨਾ ਨਾਲ ਹੱਥ ਵਟਾ ਸਿੰਘਾਂ ਨੂੰ ਬਰਬਾਦ ਕਰਨ ਵਿੱਚ ਹਿੱਸੇਦਾਰ ਬਣੇ ਤੇ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋ ਜਾਵੇ। ਇਸ ਲਈ ਉਸ ਨੂੰ ਆਪਣੀ ਤਿਆਰੀ ਤੇ ਕਾਫੀ ਮਾਣ ਸੀ। ਹੋਣੀ ਕਿਸੇ ਨੂੰ ਪੁੱਛ ਕੇ ਉਸ ਦੀ ਸਲਾਹ ਨਾਲ ਨਹੀਂ ਵਾਪਰਦੀ। ਬੰਦਾ ਸਿੰਘ ਨੇ ਨਾ ਦੂਜਾ ਪਰਵਾਨਾ ਘੱਲਣਾ ਸੀ ਤੇ ਨਾ ਹੀ ਪਹਿਲੇ ਦੇ ਜਵਾਬ ਦੀ ਲੋੜੋਂ ਵੱਧ ਉਡੀਕ ਕਰਨੀ ਸੀ। ਬੰਦਾ ਸਿੰਘ ਨੇ ਆਨੰਦਪੁਰ ਸਾਹਿਬੋਂ ਕੂਚ ਕੀਤਾ ਤੇ ਪਹਾੜੀਆਂ ਨੂੰ ਉਦੋਂ ਪਤਾ ਲੱਗਾ ਜਦ ਸੂਰਜ ਚੜ੍ਹਨ ਤੋਂ ਪਹਿਲਾਂ ਸਿੰਘਾਂ ਨੇ ਜੈਕਾਰਿਆਂ ਨਾਲ ਅਸਮਾਨ ਤੇ ਪਰਬਤ ਗੂੰਜ ਉੱਠੇ। ਹੱਲਾ ਇੰਨੇ ਜ਼ੋਰ ਦਾ ਸੀ ਕਿ ਪਹਾੜੀਏ ਤੇ ਜਲੰਧਰੀਏ ਲੜਾਕੂ ਪਲ ਭਰ ਵੀ ਅੜ ਨਾ ਸਕੇ। ਭੀਮ ਚੰਦ ਦੇ ਪੱਕੀ ਸੇਵਾ ਵਾਲੇ ਤੇ ਆਰਜੀ 1300 ਮੀਏ ਇੱਕ ਥਾਂ ਹੀ ਮਾਰੇ ਗਏ। ਲਾਸ਼ਾਂ ਦੀ 100 ਢੇਰੀ ਲਾਈ ਗਈ ਤੇ ਇੰਜ ਸਾਰੇ ਮੁਰਦੇ 13 ਖੱਡਾਂ ਵਿੱਚ ਸੁੱਟ ਕੇ ਦੱਬ ਦਿੱਤੇ ਗਏ। ਹੁਣ ਵਾਰੀ ਆਈ ਬਿਲਾਸਪੁਰ ਦੇ ਸ਼ਹਿਰ ਦੀ, ਜਿਸ ਨੂੰ ਚਫੇਰਿਓਂ ਨਾਕਾਬੰਦੀ ਕੀਤੀ ਹੋਈ ਸੀ। ਸਿੰਘਾਂ ਸਾਹਮਣੇ ਹੁਣ ਉਹ ਸ਼ਹਿਰ ਸੀ ਜਿੱਥੋਂ ਜ਼ੁਲਮੀ ਧਾੜਾਂ ਗੁਰੂ ਘਰ ਸ੍ਰੀ ਆਨੰਦਪੁਰ ਸਾਹਿਬ ਤੇ ਚੜ੍ਹ ਕੇ ਜਾਇਆ ਕਰਦੀਆਂ ਸਨ। ਭੀਮ ਚੰਦ ਦੀ ਦਸ਼ਮੇਸ਼ ਜੀ ਨਾਲ ਦੁਸ਼ਮਣੀ ਅਕਾਰਨ ਸੀ।
ਗੁਰੂ ਘਰ ਦੇ ਦੋਖੀਆਂ ਤੋਂ ਗਿਣ-ਗਿਣ ਬਦਲੇ ਲਏ। ਗਰੀਬ ਜਨਤਾ ਛੱਡ ਕੇ ਬਾਕੀ ਸ਼ਹਿਰ ਦੀ ਬੁਰੀ ਬਾਬ ਕੀਤੀ ਗਈ। ਇੱਥੋਂ ਬੜੇ ਗਹਿਰੇ ਗੱਫੇ ਸਿੰਘਾਂ ਦੇ ਹੱਥ ਲੱਗੇ। ਰਾਜੇ ਦਾ ਸਾਂਭਿਆ ਧਨ ਪਦਾਰਥ ਬੰਦਾ ਸਿੰਘ ਦੀਆਂ ਅਗਲੀਆਂ ਮੁਹਿੰਮਾਂ ਵਿੱਚ ਕੰਮ ਆਇਆ। ਭੀਮ ਚੰਦ, ਉਸ ਦੀ ਰਾਜਧਾਨੀ ਤੇ ਉਸ ਦੇ ਹਮਾਇਤੀਆਂ ਦਾ ਜੋ ਹਸ਼ਰ ਹੋਇਆ, ਉਸ ਨੂੰ ਸੁਣ ਕੇ ਬਾਕੀ ਪਹਾੜੀ ਰਾਜਿਆਂ ਨੂੰ ਸੁੱਕੀਆਂ ਤਰੇੜੀਆਂ ਆਉਣ ਲੱਗ ਪਈਆਂ ਤੇ ਲੱਗੀਆਂ ਨਬਜ਼ਾਂ ਖਲੋਣ। ਵਧੇ ਆ ਰਹੇ ਖਾਲਸੇ ਦੇ ਜਲਗਾਰ ਮੂਹਰੇ ਜੇ ਅੜਨ ਦੀ ਕੋਸ਼ਿਸ਼ ਕੀਤੀ ਤਾਂ ਮੌਤ ਦਾ ਮਾਂਜਾ ਫਿਰ ਜਾਵੇਗਾ। ਇਸ ਖਿਆਲ ਨੇ ਹੀ ਉਹਨਾਂ ਦੀ ਆਤਮਾ ਨੂੰ ਕਾਂਬਾ ਛੇੜ ਦਿੱਤਾ। ਉਹਨਾਂ ਬੰਦਾ ਸਿੰਘ ਅੱਗੇ ਅਧੀਨਗੀ ਵਿੱਚ ਹੀ ਆਪਣਾ ਬਚਾਅ ਸਮਝਿਆ। ਬਹੁਤ ਸਾਰੇ ਰਾਜੇ ਬੰਦਾ ਸਿੰਘ ਦੇ ਕੈਂਪ ਵਿੱਚ ਨਜ਼ਰਾਨੇ ਲੈ ਕੇ ਹਾਜ਼ਰ ਹੋਏ ਤੇ ਤਾਬਿਆਦਾਰੀ ਦਾ ਭਰੋਸਾ ਦਿਵਾਇਆ। ਬੰਦਾ ਸਿੰਘ ਪਾਸ, ਜੋ ਸਭ ਤੋਂ ਪਹਿਲਾਂ ਅਧੀਨਗੀ ਵਜੋਂ ਨਜ਼ਰਾਨਾ ਭੇਟ ਕਰਨ ਆਇਆ, ਉਹ ਮੰਡੀ ਦਾ ਰਾਜਾ ਸਿੱਧ ਸੈਨ ਸੀ। ਉਸਨੇ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਾ ਹੈ ਤੇ ਉਸ ਦੇ ਘਰ ਨੂੰ ਕਲਗੀਧਰ ਜੀ ਨੇ ਆਪਣੀ ਚਰਨ ਛੋਹ ਨਾਲ ਪਵਿੱਤਰ ਕੀਤਾ ਹੈ। ਸਤਿਗੁਰ ਜੀ ਦੀ ਉਸ ਦੇ ਘਰ ਤੇ ਬੜੀ ਕਿਰਪਾ ਦ੍ਰਿਸ਼ਟੀ ਹੈ। ਇਹ ਸੁਣ ਕੇ ਬੰਦਾ ਸਿੰਘ ਬੜਾ ਖੁਸ਼ ਹੋਇਆ ਤੇ ਉਸ ਨੂੰ ਅਸ਼ੀਰਵਾਦ ਦਿੱਤਾ ਕਿ ਤੇਰਾ ਰਾਜ ਸਦਾ ਬਣਿਆ ਰਹੇ। ਜੋ ਜੋ ਰਾਜਾ ਖਾਲਸਾ ਜੀ ਦੀ ਸ਼ਰਨ ਆਇਆ, ਉਸ ਨੂੰ ਬਖਸ਼ਿਆ ਤੇ ਉਹਨਾਂ ਦੇ ਰਾਜ ਬਣੇ ਰਹਿਣ ਦਿੱਤੇ। ਹਾਂ, ਜੋ ਆਕੜੇ ਉਹਨਾਂ ਦੇ ਅਕੜੇਵੇਂ ਜ਼ਰਾ ਸਵਾਰ ਕੇ ਕੱਢ ਦਿੱਤੇ ਗਏ। ਮੰਡੀ ਤੋਂ ਬੰਦਾ ਸਿੰਘ ਦਾ ਰੁਖ ਕੁੱਲੂ ਵੱਲ ਹੋ ਗਿਆ। ਜਦੋਂ ਸੁਲਤਾਨਪੁਰ ਪੁੱਜੇ ਤਾਂ ਇੱਕ ਦਿਨ ਬੰਦਾ ਸਿੰਘ ਜੰਗਲ ਵਿੱਚ ਜਦ ਇਕੱਲਾ ਹੀ ਵਿਚਰ ਰਿਹਾ ਸੀ, ਕੁੱਲੂ ਦੇ ਰਾਜੇ ਦੇ ਸਿਪਾਹੀਆਂ ਦੇ ਹੱਥ ਆ ਗਿਆ, ਜਿਨ੍ਹਾਂ ਨੇ ਉਸ ਨੂੰ ਰਾਜੇ ਪਾਸ ਪਹੁੰਚਾ ਦਿੱਤਾ। ਉਸ ਨੇ ਫੜਿਆ ਸ਼ੇਰ ਝੱਟ ਪਿੰਜਰੇ 'ਚ ਪਾ ਲਿਆ, ਕਿਉਂਕਿ ਉਸ ਨੂੰ ਵੀ ਬਾਕੀ ਰਾਜਿਆਂ ਵਾਂਗ ਬੰਦਾ ਸਿੰਘ ਨੂੰ ਫੜਨ ਦਾ ਹੁਕਮ ਪੁੱਜਾ ਹੋਇਆ ਸੀ। ਰਾਜੇ ਨੇ ਆਪਣੀ ਵਫਾਦਾਰੀ ਨੂੰ ਉਜਾਗਰ ਕਰਨ ਦਾ ਸੋਹਣਾ ਮੌਕਾ ਹੱਥ ਆਇਆ ਵੇਖ ਕੇ ਉਸ ਨੂੰ ਪਿੰਜਰੇ ਪਾ ਲਿਆ ਸੀ ਕਿ ਬੰਦਾ ਸਿੰਘ ਦੇ ਫਰਾਰ ਹੋ ਜਾਣ ਦਾ ਤੌਖਲਾ ਨਾ ਰਵੇ। ਉਸ ਨੂੰ ਉਹ ਬਹਾਦਰ ਸ਼ਾਹ ਦੀ ਫੌਜ ਦੇ ਉਹਨਾਂ ਸਿਪਾਹੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ ਜੋ ਉਸ ਦੀ ਭਾਲ ਵਿੱਚ ਪਹਾੜੀ ਰਿਆਸਤਾਂ ਵਿੱਚ ਫਿਰ ਰਹੇ ਸਨ। ਜਦ ਇਸ ਗੱਲ ਦੀ ਖਬਰ ਮੰਡੀ ਦੇ ਰਾਜਾ ਸਿੱਧ ਸੈਨ ਨੂੰ ਮਿਲੀ ਤਾਂ ਉਸ ਨੇ ਕੁੱਲੂ ਦੇ ਰਾਜਾ ਮਾਨ ਸਿੰਘ ਤੇ ਹਮਲਾ ਕਰਕੇ ਬੰਦਾ ਸਿੰਘ ਨੂੰ ਛਡਵਾਉਣ ਦੀ ਤਿਆਰੀ ਕਰ ਦਿੱਤੀ। ਅਜੇ ਫੌਜ ਨੇ ਕੂਚ ਨਹੀਂ ਸੀ ਕੀਤਾ ਕਿ ਬੰਦਾ ਸਿੰਘ ਕਿਸੇ ਢੰਗ ਨਾਲ ਕੈਦ ਚੋਂ ਨਿਕਲ ਕੇ ਮੰਡੀ ਆ ਗਿਆ। ਇੱਥੇ ਮੰਡੀ ਵਿਖੇ ਸਿੰਘ ਬਹੁਤੀ ਦੇਰ ਟਿਕੇ ਨਹੀਂ, ਚੰਬੇ ਵੱਲ ਨੂੰ ਚੜ੍ਹ ਪਏ। ਇਸ ਵੇਲੇ ਇੱਥੇ ਰਾਜਾ ਉਦੇ ਸਿੰਘ ਦਾ ਰਾਜ ਸੀ। ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਆਪਣਾ ਵਜ਼ੀਰ ਨਜ਼ਰਾਨਾ ਦੇ ਕੇ ਬੰਦਾ ਸਿੰਘ ਪਾਸ ਭੇਜਿਆ ਤਾਂ ਕਿ ਉਹ ਪਤਾ ਕਰੇ ਕਿ ਬੰਦਾ ਸਿੰਘ ਦੀ ਕੀ ਇੱਛਾ ਹੈ। ਵਜ਼ੀਰ ਨੇ ਭੇਟਾ ਰੱਖ ਕੇ ਨਮਸਕਾਰ ਕੀਤੀ। ਵਜ਼ੀਰ ਦੀ ਗੱਲ ਸੁਣ ਸਮਝ ਕੇ ਬੰਦਾ ਸਿੰਘ ਨੇ ਉਸ ਨੂੰ ਧੀਰਜ ਦਿੰਦਿਆਂ ਕਿਹਾ ਕਿ ਤੁਸੀਂ ਡਰੋ ਨਹੀਂ, ਖਾਲਸਾ ਸ਼ਰਨ ਆਇਆਂ ਤੇ ਕਦੀ ਹੱਥ ਨਹੀਂ ਚੁੱਕਦਾ, ਰੱਖਿਆ ਤੇ ਮਾਣ ਬਖਸ਼ਦਾ ਹੈ। ਚੰਬੇ ਦੀ ਰਿਆਸਤ ਤੇ ਹਮਲਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ, ਸਿਰਫ ਚੰਬੇ ਸ਼ਹਿਰ ਦੀ ਸੈਰ ਕਰਨੀ ਹੈ। ਆਵਾਂਗਾ ਵੀ ਮੈਂ ਇਕੱਲਾ ਹੀ ਤੇ ਸੈਰ ਕਰਕੇ ਮੁੜ ਜਾਵਾਂਗਾ। ਵਜ਼ੀਰ ਨੇ ਪ੍ਰਵਾਨ ਕਰ ਲਿਆ ਤੇ ਉੱਚੇ ਪਹਾੜਾਂ ਦੇ ਔਖੇ ਰਾਹੀਂ ਲੰਘਾ ਕੇ ਨਾਲ ਹੀ ਲੈ ਗਿਆ। ਰਾਜਾ ਉਦੇ ਸਿੰਘ ਨੇ ਬੰਦਾ ਸਿੰਘ ਦਾ ਬੜਾ ਨਿੱਘਾ ਸਵਾਗਤ ਕੀਤਾ ਤੇ ਖੂਬ ਆਓ ਭਗਤ ਕੀਤੀ। ਥੋੜੇ ਦਿਨਾਂ ਵਿੱਚ ਬੰਦਾ ਸਿੰਘ ਦੀ ਸੋਭਤ ਦਾ ਰਾਜੇ ਤੇ ਐਸਾ ਪ੍ਰਭਾਵ ਪਿਆ ਕਿ ਉਹ ਉਸ ਦਾ ਸੇਵਕ ਬਣ ਗਿਆ ਅਤੇ ਨਾਲ ਹੀ ਰਾਜ ਘਰਾਣੇ ਦੀ ਇੱਕ ਸੁੰਦਰ ਰਾਜਕੁਮਾਰੀ ਨਾਲ ਉਸ ਦਾ ਵਿਆਹ ਵੀ ਕਰਵਾ ਦਿੱਤਾ। ਇਸ ਦੀ ਕੁੱਖ ਤੋਂ ਸਨ 1711 ਈਸਵੀ ਦੇ ਅੰਤ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਅਜੇ ਸਿੰਘ ਰੱਖਿਆ ਗਿਆ। ਇਹੋ ਬੱਚਾ ਹੀ ਬੰਦਾ ਸਿੰਘ ਦੇ ਨਾਲ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ। 11 ਦਸੰਬਰ 1710 ਈਸਵੀ ਦੀ ਰਾਤ ਨੂੰ ਲੋਹਗੜ੍ਹ ਖਾਲੀ ਕਰ ਜਾਣ ਤੋਂ ਬਾਅਦ 3 ਕੁ ਮਹੀਨੇ ਬੰਦਾ ਸਿੰਘ ਇਨ੍ਹਾਂ ਪਹਾੜੀ ਰਾਜਿਆਂ ਦੀ ਖਬਰਸਾਰ ਲੈਂਦਾ ਰਿਹਾ ਤੇ ਨਾਲ-ਨਾਲ ਆਪਣੀ ਤਾਕਤ ਨੂੰ ਵੀ ਵਧਾਈ ਗਿਆ। ਫਰਵਰੀ-ਮਾਰਚ 1711 ਈਸਵੀ ਭਾਵ 3 ਮਹੀਨਿਆਂ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਪਹਾੜਾਂ ਤੋਂ ਉੱਤਰ ਰਾਏਪੁਰ ਅਤੇ ਬਹਿਰਾਮ ਪਾਸ ਆਣ ਦਰਸ਼ਨ ਦਿੱਤੇ ਤੇ ਲੱਗਾ ਗੁਰਦਾਸਪੁਰ ਵੱਲ ਹੱਥ ਮਾਰਨ। ਉਹ ਮੁਗਲ ਤਾਕਤ ਨੂੰ ਟੋਹਣਾ ਤੇ ਬਾਦਸ਼ਾਹਤ ਨੂੰ ਦੱਸਣਾ ਚਾਹੁੰਦਾ ਸੀ ਕਿ ਲੋਹਗੜ੍ਹ ਖਾਲੀ ਕਰਨ ਨਾਲ ਗੱਲ ਮੁੱਕੀ ਨਹੀਂ।
ਖਾਲਸਾ ਏਡੀ ਛੇਤੀ ਮੁਗਲਾਂ ਦੇ ਗਲੋਂ ਲੈਣ ਵਾਲਾ ਨਹੀਂ। ਇੱਥੇ ਮੁਗਲਾਂ ਦਾ ਜ਼ੁਲਮੀ ਰਾਜ ਰਹੇਗਾ ਜਾਂ ਖਾਲਸਾ। ਦੋਹਾਂ ਵਿੱਚੋਂ ਸਿਰਫ ਇੱਕੋ ਧਿਰ, ਦੋਵੇਂ ਨਹੀਂ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 9ਵਾਂ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।